नमस्कार, अस्सलामुअलैकुम, सत श्री अकाल। मैं हाँ कमर संधू। इस वे नॉर्थ अमेरिका दे विच है शुक्रवार की शाम, भारत च शनिवार की सवेर। नानकशाही संबत 552 मुताबक पोह की अज 19 तरीक है। तुहाडा सब का इस लाइव शो के बहुत बहुत स्वागत, क्योंकि ये नवे साल के पहली बारी आप लाइव शो कर रहे हैं। तुहानू सारिਆਂ ਨੂੰ नवे साल दियां मुबारकां। साडे अज शो के दो स्पॉन्सर्स ने, प्राइम लिंक एक्सप्रैस गुरमीत मल्ली ते यूनियन विलेज ट्रक स्टॉप बेकरस फील्ड। अज आप इस शो दे विच भी पुराने साल दे नाल लिंक करके नवे साल की ही गल करनी है भी पुराने साल तो असी की सीखिया और पुराने साल दियां की जिहड़ियां सीखियावां साडियां वो साडे नवे साल दे विच किवें काम आउणगियां। तुहानूं पता ही आ कि पुराने साल दे विच दो तीन बहुत अहम घटनावां वापरियां, दो तीन इहो जिहियां घटनावां वापरियां जिन्हां दा अगले साल, नवे साल और अगले सालां दे विच भी उहदा बहुत गहरा असर पवेगा। सब तो पहला आपां नूं पता ही आ कि करोना वायरस महामारी कई दहाकिਆਂ ਦੇ बाद इन्हें इहो जी जिहड़ी उहदी करोपी आ उहदा सामना सानूं सारिਆਂ ਨੂੰ करना पिया। बहुत गहरा असर पिया। रिश्ते ਜਿਹੜੇ ਆ ਉਹ दूर हो गए, ਅਸੀਂ ਆਪਣਿਆਂ ਨੂੰ मिल नहीं सके। ਜਿਹੜੇ ਸਾਡੇ ਆਪਣੇ ਸਾਨੂੰ ਛੱਡ ਗਏ, ਸਾਡੇ ਤੋਂ ਵਿਛੜ ਗਏ, ਉਹਨਾਂ ਨੂੰ ਅਸੀਂ ਨਮਸਕਾਰ ਤੱਕ ਨਹੀਂ ਕਰ ਸਕੇ। ਔਰ ਹੁਣ ਵੀ ਆਪਣਿਆਂ ਦੇ ਨਾਲ ਵੀ ਸਾਨੂੰ ਆਪਣਾ ਮੂੰਹ ਢੱਕਣਾ ਪੈਂਦਾ ਵਾ, ਮਾਸਕ ਪਾਉਣਾ ਪੈਂਦਾ ਵਾ। ਕੀ ਸਿੱਖਿਆ ਅਸੀਂ ਇਸ ਮਹਾਮਾਰੀ ਤੋਂ? ਆਪਾਂ ਨੂੰ ਪਤਾ ਹੀ ਆ ਕਿ ਪਹਿਲੀ ਗੱਲ ਤੇ ਜਿਹੜੀ ਇਹ ਸਿੱਖੀ ਅਸੀਂ ਕਿ ਜ਼ਿੰਦਗੀ ਜਿਹੜੀ ਆ ਦੋ ਪਲ ਦੀ ਜ਼ਿੰਦਗੀ ਆ, ਇਹਨੂੰ ਢੰਗ ਨਾਲ ਜੀਣਾ ਸਿੱਖਣਾ ਚਾਹੀਦਾ। ਵਾਤਾਵਰਣ ਦੇ ਉੱਤੇ ਸਾਨੂੰ ਬਹੁਤ ਧਿਆਨ ਦੇਣਾ ਪੈਂਦਾ। ਵਾਤਾਵਰਣ ਨਾਲ ਅਸੀਂ ਖਿਲਵਾੜ ਨਹੀਂ ਕਰ ਸਕਦੇ, ਵਾਤਾਵਰਣ ਦੇ ਨਾਲ ਅਸੀਂ ਖਿਲਵਾੜ ਨਹੀਂ ਕਰ ਸਕਦੇ। ਇਹ ਇੱਕ ਸਾਨੂੰ ਸਾਰਿਆਂ ਨੂੰ ਇੱਕ ਤਰੀਕੇ ਦੀ ਸੀਖ ਜਿਹੜੀ ਆ ਉਹ ਮਿਲੀ ਹੋਈ ਆ। ਸਿਰਫ ਇਹੋ ਹੀ ਨਹੀਂ, ਸਾਰੇ ਦੁਨੀਆ ਦੇ ਵਿੱਚ ਸਾਰੇ ਲੋਕ ਬਰਾਬਰ ਨੇ। ਜਿਵੇਂ ਬਾਬਾ ਨਾਨਕ ਨੇ ਸੁਨੇਹਾ ਦਿੱਤਾ ਸੀ ਵੀ ਮੈਨਕਾइंड ਇਕੁਐਲਿਟੀ ਆਫ ਮੈਨਕਾइंड ਦਾ ਸੁਨੇਹਾ ਦਿੱਤਾ ਸੀਗਾ ਕਿ ਮਾਨਸ ਕੀ ਜਾਤ ਸਭੈ ਏਕੇ ਪਹਿਚਾਨ ਬੋ। ਸੋ ਇਸ ਕਰਕੇ ਸਾਨੂੰ ਸਾਰਿਆਂ ਦਾ ਖਿਆਲ ਕਰਨਾ ਪੈਂਦਾ। ਔਰ ਮਹਾਮਾਰੀ ਵੇਲੇ ਕਿਵੇਂ ਸਾਨੂੰ ਲੋਕਾਂ ਨੂੰ ਰਾਸ਼ਨ ਵੰਡਣਾ ਪਿਆ, ਗਰੀਬਾਂ ਦੀ ਬਾਂਹ ਫੜਨੀ ਪਈ। ਸੋ ਇਹ ਸਭ ਕੁਝ ਅਸੀਂ ਸਿੱਖਿਆ। ਹੁਣ ਲੱਕੀਲੀ ਕਿਸਮਤ ਆਪਣੀ ਚੰਗੀ ਆ ਕਿ ਵੈਕਸੀਨ ਆ ਗਿਆ ਵਾ, ਵੈਕਸੀਨ ਲੱਗਣਾ ਸ਼ੁਰੂ ਵੀ ਹੋ ਗਿਆ ਵਾ। ਮੇਰੇ ਖਿਆਲ ਅਗਲੇ 3-4 ਮਹੀਨਿਆਂ ਦੇ ਵਿੱਚ ਦੁਨੀਆ ਦਾ ਘੱਟੋ ਘੱਟ 5-7-10% ਜਿਹੜੇ ਫਰੰਟ ਲਾਈਨ ਵਰਕਰ ਨੇ ਉਹਨਾਂ ਨੂੰ ਵੈਕਸੀਨ ਜ਼ਰੂਰ ਮਿਲ ਜਾਵੇਗੀ। ਬਾਕੀਆਂ ਨੂੰ ਸ਼ਾਇਦ ਹੋਰ 6 ਮਹੀਨੇ ਸਾਲ ਤੱਕ ਮਿਲੇਗੀ। ਮਹਾਮਾਰੀ ਤੋਂ ਇਲਾਵਾ ਭਾਰਤ ਦੇ ਵਿੱਚ ਬਹੁਤ ਸਾਰੀਆਂ ਅੰਦਰੂਨੀ ਘਟਨਾਵਾਂ ਹੋਈਆਂ ਜਿਨ੍ਹਾਂ ਦਾ ਬਹੁਤ ਗਹਿਰਾ ਅਸਰ ਸਾਡੇ ਅਗਲੇ ਸਾਲਾਂ 'ਤੇ ਪੈਣਾ। ਤੁਹਾਨੂੰ ਪਤਾ ਹੀ ਹੈ, ਕਸ਼ਮੀਰ ਪ੍ਰਾਂਤ ਦਾ ਦਰਜਾ ਛੱਡ ਕੇ ਉਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ। 370 ਧਾਰਾ ਖਤਮ ਕਰ ਦਿੱਤੀ ਗਈ। ਇਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕਿ ਕਸ਼ਮੀਰ ਦੇ ਵਿੱਚ ਬਹੁਤ ਸਾਰੇ ਮੁਜ਼ਾਹਰੇ ਹੋਏ ਔਰ ਸਿਰਫ 370 ਧਾਰਾ ਕਸ਼ਮੀਰ ਵਾਸਤੇ ਖਤਮ ਨਹੀਂ ਕੀਤੀ ਗਈ। ਸਿਟੀਜ਼ਨਸ਼ਿਪ ਬਿੱਲ ਦੇ ਉੱਤੇ ਤੁਹਾਨੂੰ ਪਤਾ ਸ਼ਹੀਨ ਬਾਗ ਔਰ ਹੋਰ ਥਾਵਾਂ 'ਤੇ ਬਹੁਤ ਜ਼ਬਰਦਸਤ ਮੁਜ਼ਾਹਰੇ ਹੋਏ। ਲੇਕਿਨ ਪਿਛਲੇ 3 ਮਹੀਨਿਆਂ ਤੋਂ, ਸਾਲ ਦੇ 2020 ਦੇ ਅਖੀਰਲੇ 3 ਮਹੀਨਿਆਂ ਦੇ ਵਿੱਚ ਇੱਕ ਇਹੋ ਜਿਹਾ ਸੰਘਰਸ਼ ਛਿੜਿਆ, ਕਿਸਾਨਾਂ ਦਾ ਸੰਘਰਸ਼ ਛਿੜਿਆ, ਜਿਹਦੇ 'ਚ ਪੰਜਾਬ ਦੇ ਕਿਸਾਨਾਂ ਨੇ ਪਹਿਲ ਕਦਮੀ ਕੀਤੀ, ਜਿਹਨੇ ਮੁਲਕ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ। ਔਰ ਉਹ ਸਿਆਸਤ ਜਿਹੜੀ ਆ ਮਜਬੂਰ ਹੋ ਗਈ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ। ਇਹਦਾ ਮਤਲਬ ਆ ਕਿ ਤੁਸੀਂ ਜਿਹੜਾ ਅੰਨਦਾਤਾ ਵਾ, ਕਿਸਾਨ ਨੇ, ਜਿਹੜਾ ਬਹੁਤ ਵੱਡਾ ਵਰਗ ਹੈ ਸਾਡੇ ਮੁਲਕ ਦਾ, ਉਹਦੇ ਨਾਲ ਵੀ ਖਿਲਵਾੜ ਨਹੀਂ ਕਰ ਸਕਦੇ। ਸੋ ਇਹ ਬਹੁਤ ਸਾਰੀਆਂ ਸਿੱਖਾਂ ਸਾਨੂੰ ਮਿਲੀਆਂ। ਇਸ ਤੋਂ ਇਲਾਵਾ ਕਈ ਹੋਰ ਮੂਵਮੈਂਟਸ ਚੱਲੀਆਂ। ਇੱਕ ਰੈਫਰੈਂਡਮ 2020 ਚਲਾਇਆ ਗਿਆ ਜਿਹੜਾ ਕਾਮਯਾਬ ਨਹੀਂ ਹੋਇਆ। ਉੱਥੋਂ ਇਹ ਵੀ ਸਿੱਖਣ ਨੂੰ ਮਿਲਦਾ ਵਾ ਕਿ ਜਿਹੜੀਆਂ ਮੂਵਮੈਂਟਸ ਦੇ ਨਾਲ ਲੋਕੀ ਨਹੀਂ ਜੁੜੇ ਉਹਨਾਂ ਨੂੰ ਅੱਗੇ ਵਧਾਉਣ ਦਾ ਫਾਇਦਾ ਨਹੀਂ, ਉਹਦਾ ਨੁਕਸਾਨ ਹੀ ਹੁੰਦਾ। ਬਾਹਰੋਂ ਮੂਵਮੈਂਟ ਤੁਰੀ ਸੀ, ਪੰਜਾਬ ਦੇ ਵਿੱਚ ਇਹਨੂੰ ਕੋਈ ਹੁੰਗਾਰਾ ਨਹੀਂ ਮਿਲਿਆ, ਸਗੋਂ ਪੰਜਾਬ ਦੇ ਕੁਝ ਲੋਕਾਂ ਨੇ ਇਹਦਾ ਖਮਿਆਜ਼ਾ ਜ਼ਰੂਰ ਭੁਗਤਿਆ। ਕਈਆਂ ਦੇ ਉੱਤੇ ਕੇਸ ਰਜਿਸਟਰ ਹੋ ਗਏ, ਗਲਤ ਕੇਸ ਰਜਿਸਟਰ ਹੋਏ ਸੀ, ਹੌਲੀ ਹੌਲੀ ਉਹ ਕੇਸ ਖਤਮ ਹੋ ਰਿਹਾ। ਲੇਕਿਨ ਇਹੋ ਜਿਹੇ ਮੂਵਮੈਂਟ ਚਲਾਉਣ ਦਾ ਵੀ ਕੋਈ ਫਾਇਦਾ ਨਹੀਂ। ਮੁਲਕ ਦੀ ਜਿਹੜੀ ਹੋਂਦ ਆ ਉਹਨੂੰ ਕਦੀ ਵੀ ਤੋੜਨ ਦੀ ਕੋਸ਼ਿਸ਼ ਇਸ ਤਰੀਕੇ ਨਾਲ ਨਹੀਂ ਕਰਨੀ ਚਾਹੀਦੀ। ਪਹਿਲਾਂ ਲੋਕਾਂ ਨੂੰ ਇਕੱਠੇ ਜੋੜੋ। ਜੇ ਵਾਕਈ ਲੋਕਾਂ ਦੀਆਂ ਤਕਲੀਫਾਂ ਨਹੀਂ ਦੂਰ ਹੁੰਦੀਆਂ ਫਿਰ ਜ਼ਰੂਰ ਤੁਸੀਂ ਮੁਜ਼ਾਹਰੇ ਕਰ ਸਕਦੇ ਜੇ। ਪਹਿਲਾਂ ਹਰ ਤਰੀਕਾ ਅਪਣਾਉਣਾ ਚਾਹੀਦਾ ਵਾ ਮੁਜ਼ਾਹਰੇ ਕਰਨ ਦਾ, ਜਿਵੇਂ ਕਿਸਾਨ ਇਸ ਵੇਲੇ ਮੁਜ਼ਾਹਰੇ ਕਰ ਰਹੇ। ਔਰ ਕਿਸਾਨਾਂ ਦੀ ਸੰਘਰਸ਼ ਦੇ ਤੋਂ ਬਹੁਤ ਕਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਵੀ ਕਿਵੇਂ ਜੇ ਏਕਤਾ ਹੋਵੇ ਤੇ ਕਿਵੇਂ ਤੁਸੀਂ ਕਾਮਯਾਬੀ ਹਾਸਲ ਕਰ ਸਕਦੇ ਜੇ। ਆਪਾਂ ਵੇਖਿਆ ਹੀ ਆ ਕਿ ਕਿਸਾਨੀ ਕਰੀਬ 40 ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਲੜ ਰਹੀਆਂ। ਨਾਲ ਨਾਲ ਇਹ ਵੀ ਸਿੱਖਣ ਨੂੰ
ਸਾਨੂੰ ਮਿਲਿਆ ਕਿ ਸਾਡੀ ਜੇ ਸ਼ਾਂਤਮਈ ਰਹੀਏ ਆਪਾਂ, ਉਹਦੀ ਕਿੰਨੀ ਤਾਕਤ ਹੁੰਦੀ ਹੈ। ਜੇ ਹੁਣ ਤੱਕ ਇਹ ਸ਼ਾਂਤਮਈ ਨਾ ਕਿਸਾਨੀ ਸੰਘਰਸ਼ ਰਿਹਾ ਹੁੰਦਾ ਤੇ ਹੁਣ ਤੱਕ ਸਰਕਾਰ ਨੇ ਇਹਨੂੰ ਖੇਰੂ ਕਰ ਦੇਣਾ ਸੀ। ਸੋ ਇਹੋ ਜਿਹੀਆਂ ਗੱਲਾਂ ਬਹੁਤ ਸਾਰੀਆਂ ਸੁਸਾਇਟੀਆਂ ਮਿਲੀਆਂ। ਸਮਾਜ ਦੀ ਤਾਕਤ ਕੀ ਹੈ? ਸਿਆਸੀ ਪਾਰਟੀਆਂ ਸਮਾਜ ਦੇ ਵਿੱਚੋਂ ਨਿਕਲਦੀਆਂ ਵਾ, ਲੇਕਿਨ ਸਿਆਸੀ ਪਾਰਟੀਆਂ ਦੀ ਤਾਕਤ ਨਾਲੋਂ ਵੱਡੀ ਤਾਕਤ ਜਿਹੜੀ ਆ ਉਹ ਸਮਾਜ ਦੀ ਤਾਕਤ ਹੁੰਦੀ ਹੈ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲੀਆਂ। ਹੋਰ ਵੀ ਬਹੁਤ ਸਾਰੇ ਮਸਲੇ 2020 ਦੇ ਵਿੱਚ ਸਾਡੇ ਸਾਹਮਣੇ ਆਏ, ਜਿਵੇਂ ਚਾਈਨਾ ਬਾਰਡਰ ਦੇ ਉੱਤੇ ਫਿਰ 1962 ਤੋਂ ਬਾਅਦ 1967 ਤੋਂ ਬਾਅਦ ਫਿਰ ਪਹਿਲੀ ਵਾਰੀ ਇੰਨਾ ਤਣਾਅ ਸਾਹਮਣੇ ਆਇਆ, ਔਰ ਉੱਥੇ ਵੀ ਸਾਨੂੰ ਸਿੱਖਣ ਨੂੰ ਇਹ ਮਿਲਿਆ ਕਿ ਗੱਲਬਾਤ ਦੇ ਜ਼ਰੀਏ ਹੀ ਹੱਲ ਹੁੰਦੇ ਆ। ਐਵੇਂ ਤੁਸੀਂ ਮਾਵਾਂ ਦੇ ਪੁੱਤ ਮਰਵਾਉਣ ਦਾ ਬਾਰਡਰਾਂ ਦੇ ਤੋਂ ਕੋਈ ਫਾਇਦਾ ਨਹੀਂ। ਸਾਡੀ ਹੈ ਲਾਈਨ ਆਫ ਕੰਟਰੋਲ, ਐਕਚੁਅਲ ਕੰਟਰੋਲ ਚਾਈਨਾ ਦੀ ਹੈ ਕਲੇਮ ਲਾਈਨ। ਸੋ ਮੇਰੇ ਖਿਆਲ ਇਹਦੇ ਉੱਤੇ ਗੱਲਬਾਤ ਕਰਨ ਦੀ ਲੋੜ ਹੈ। ਇਹੋ ਜਿਹੀਆਂ ਕਈ ਚੀਜ਼ਾਂ ਅਸੀਂ ਸਿੱਖੀਆਂ। ਮੈਂ ਚਾਹੂੰਗਾ ਕਿ ਤੁਸੀਂ ਵੀ ਸਾਨੂੰ ਦੱਸੋ ਕਿ ਅਸੀਂ 2020 ਤੋਂ ਇਹੋ ਜਿਹਾ ਕੀ ਟੇਕ ਅਵੇ ਆ ਸਾਡੇ ਵਾਸਤੇ, ਕੀ ਅਸੀਂ ਸਿੱਖਿਆ ਜਿਹੜਾ ਸਾਡੇ 2021 ਦੇ ਵਿੱਚ ਕੰਮ ਆ ਸਕਦਾ। ਇੱਕ ਸੱਜਣ ਸਾਡੇ ਨਾਲ ਜੁੜ ਵੀ ਗਏ ਨੇ, ਦੇਖਦੇ ਹਾਂ ਕੀ ਕਹਿੰਦੇ। ਹੈਲੋ, ਹਾਂਜੀ ਹਾਂਜੀ ਭਾਈ ਸਾਹਿਬ, ਕੌਣ ਬੋਲ ਰਹੇ ਜੀ? ਗੁਰਚਰਨ ਸਿੰਘ ਕਾਲ ਕਰ ਰਿਹਾ ਜੀ, ਇੱਥੋਂ ਆਪਣੇ ਬਰੈਂਪਟਨ ਟੋਰਾਂਟੋ ਤੋਂ, ਕੈਨੇਡਾ ਤੋਂ। ਹਾਂਜੀ ਹਾਂਜੀ ਗੁਰਚਰਨ ਸਿੰਘ ਜੀ, ਬਹੁਤ ਚੰਗਾ ਲੱਗਾ ਤੁਸੀਂ ਸਾਡੇ ਨਾਲ ਜੁੜੇ। ਪਹਿਲਾਂ ਤੇ ਨਵੇਂ ਸਾਲ ਦੀਆਂ ਮੁਬਾਰਕਾਂ। ਮੁਬਾਰਕਾਂ ਤੁਹਾਨੂੰ ਵੀ ਜੀ, ਸਾਰੇ ਸੁਣਨੇ ਵਾਲਿਆਂ ਨੂੰ ਵੀ ਤੇ ਤੁਹਾਨੂੰ ਵੀ। ਮਿਹਰਬਾਨੀ। ਕੀ ਲੱਗਦਾ ਵਾ ਆਪਾਂ 2020 ਤੋਂ ਕੀ ਸਿੱਖਿਆ ਜਿਹੜਾ ਆਪਣੇ 2021 ਚ ਔਰ ਅਗਲੇ ਸਾਲਾਂ ਚ ਕੰਮ ਆ ਸਕਦਾ? ਸਿੱਖਿਆ ਤਾਂ ਜ਼ਿਆਦਾ ਕਰੋਨਾ ਦੇ ਕਰਕੇ ਜਿੰਨੀ ਸੇਫਟੀ ਰੱਖ ਸਕੋ ਉਨੀ ਜ਼ਿਆਦਾ ਵਧੀਆ ਹੈਗੀ ਆ, ਪਰ ਲੋਕੀ ਰੱਖ ਨਹੀਂ ਰਹੇ ਹੈਗੇ। ਇੱਕ ਰੋਜ਼ ਦੇਖਦੇ ਆ ਆਪਣੇ ਨਿਊਜ਼ ਦੇ ਵਿੱਚ ਵੀ, ਤਾਂ ਸਵੇਰ ਨੂੰ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਜਾਂਦੇ ਆ, ਕੋਈ ਐਡੀ ਸੇਫਟੀ ਰੱਖ ਨਹੀਂ ਰਿਹਾ ਹੈਗਾ ਆਪਣੇ ਸਪੈਸ਼ਲੀ ਇੰਡੀਆ ਦੇ ਵਿੱਚ। ਇਹਦੇ ਵਾਸਤੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਵੀ ਸੇਫਟੀ ਪਹਿਲਾਂ ਰੱਖਣ, ਫਿਰ ਜਾਣ ਜਿੱਥੇ ਵੀ ਜਾਣਾ ਹੈਗਾ। ਬਿਲਕੁਲ ਸਹੀ ਕਿਹਾ ਗੁਰਚਰਨ ਸਿੰਘ ਜੀ। ਮੈਂ ਕੱਲ ਫਤਿਹਗੜ੍ਹ ਸਾਹਿਬ ਆਪਣੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਗਿਆ ਸੀ, ਮੈਂ ਤੇ ਮੇਰੀ ਘਰੋਂ, ਔਰ ਉੱਥੇ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਆਏ ਹੋਏ ਸਨ। ਔਰ ਮੈਂ ਬਾਅਦ ਦੇ ਵਿੱਚ ਵੇਖਿਆ ਕਿ ਇਸੇ ਤਰ੍ਹਾਂ ਹੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਵਿੱਚ ਵੀ ਲੱਖਾਂ ਲੋਕ ਮੱਥਾ ਟੇਕਣ ਵਾਸਤੇ ਗਏ। ਨਵਾਂ ਸਾਲ ਗੁਰੂ ਘਰ ਤੋਂ ਸ਼ੁਰੂ ਕਰਨਾ ਚਾਹੁੰਦੇ ਸਨ, ਪਰ ਉੱਥੇ ਕੋਈ ਸੇਫਟੀ ਦਾ ਧਿਆਨ ਨਹੀਂ ਸੀ ਰੱਖ ਰਿਹਾ। ਹਜੂਮ ਇਕੱਠੇ ਹੋ ਕੇ ਗਾਂਹ ਵੱਧ ਰਹੇ ਸੀ ਮੱਥਾ ਟੇਕਣ ਵਾਸਤੇ। ਸੋ ਜਿਵੇਂ ਤੁਸੀਂ ਸਹੀ ਕਿਹਾ ਗੁਰਚਰਨ ਸਿੰਘ ਜੀ ਕਿ ਸਾਨੂੰ ਕਰੋਨਾ ਬਹੁਤ ਇਹਦੀ ਇੱਕ ਕਰੋਪੀ ਆ, ਮਹਾਮਾਰੀ ਆ, ਇਹਦਾ ਆਪਣਾ ਖਿਆਲ ਆਪ ਕਰਨਾ ਪਊ, ਲੋਕਾਂ ਦਾ ਵੀ ਖਿਆਲ ਤੁਹਾਨੂੰ ਕਰਨਾ ਪਊ, ਔਰ ਸਾਨੂੰ ਪ੍ਰੀਕਾਸ਼ਨਸ ਲੈਣ ਦੀ ਲੋੜ ਹੈ। ਹੋਰ ਕੀ ਕਹਿਣਾ ਚਾਹੋਗੇ ਗੁਰਚਰਨ ਸਿੰਘ ਜੀ? ਹਾਂਜੀ, ਅੱਧਾ ਮਿੰਟ ਤੁਹਾਡਾ ਹੋਰ ਲੈਣਾ ਦੱਸੋ। ਹਾਂਜੀ ਸੁਣੋ, ਮੇਰਾ ਇਹ ਸੀਗਾ ਵੀ ਇਹ ਜਿਹੜੇ ਬੰਦੇ ਇੰਨੇ ਉੱਤੇ ਮੋਰਚੇ ਦੇ ਉੱਤੇ ਜਿਨ੍ਹਾਂ ਦੀ ਡੈਥ ਹੋ ਗਈ ਆ, ਇਹਨਾਂ ਦਾ ਕੌਣ, ਇਹਨਾਂ ਦੇ ਘਰਾਂ ਦੀ ਜਾਂ ਇਹਨਾਂ ਦੀ ਕੌਣ ਹੈਲਪ ਕਰੂਗਾ? ਨੰਬਰ 1 ਤੇ ਇਹ ਸੀਗਾ, ਇਹਦੇ ਵਾਸਤੇ ਦੱਸਿਓ ਥੋੜਾ ਜਿਹਾ। ਦੂਸਰੀ ਗੱਲ ਇਹ ਸੀਗੀ ਵੀ ਇਹ ਬੰਦੇ ਉੱਥੇ ਟਰਾਲੀਆਂ ਦੇ ਵਿੱਚ ਇੰਨੀ ਠੰਡ ਦੇ ਵਿੱਚ ਇਹ ਕਿੱਦਾਂ ਸੌਂਦੇ ਆ? ਮੈਂ ਟਰੱਕ ਡਰਾਈਵਰ ਆ ਇੱਥੇ, ਮੈਨੂੰ ਜਿਸ ਵੇਲੇ ਅਮਰੀਕਾ ਗਏ ਨੂੰ ਨਾ 14 ਘੰਟੇ ਹੋ ਜਾਂਦੇ ਆ, ਤਾਂ ਉਸ ਵੇਲੇ ਇੱਥੇ ਟਰੱਕ ਦੋ ਤਰ੍ਹਾਂ ਦੇ ਆ। ਇੱਕ ਹੈਗੇ ਟਰੱਕ ਸਲੀਪਰ ਵਾਲੇ, ਸੌ ਸਕਦੇ ਆ ਤੁਸੀਂ, ਉਹਦੇ ਵਿੱਚ ਬੈੱਡ ਲੱਗਾ ਹੁੰਦਾ। ਹਾਂਜੀ। ਇੱਕ ਹੁੰਦਾ ਡੇ ਕੈਬ। ਡੇ ਕੈਬ ਦੇ ਵਿੱਚ ਤੁਸੀਂ 14 ਘੰਟੇ ਤੋਂ ਉੱਪਰ ਹੋ ਜਾਂਦੇ ਆ ਤਾਂ ਤੁਹਾਨੂੰ 10 ਘੰਟੇ ਰੈਸਟ ਕਰਨੀ ਪੈਂਦੀ, ਤੁਸੀਂ ਫਿਰ ਟਰੱਕ ਚਲਾ ਸਕਦੇ ਆ। ਪਰ ਉਹ 10 ਘੰਟੇ ਜਿਹੜੇ ਹੈਗੇ ਆ, ਤੁਸੀਂ ਏਦਾਂ ਨਹੀਂ ਵੀ ਮੈਂ ਕਿਸੇ ਚਾਹ ਪੀਣ ਬਹਿ ਗਿਆ ਉੱਥੇ ਸੌਂ ਗਿਆ, ਜਾਂ ਮੈਂ ਟਰੱਕ 'ਚ ਸੌਂ ਗਿਆ ਜਿਹਦੇ ਵਿੱਚ ਬੈੱਡ ਹੈ ਨਹੀਂ। ਇਹ ਤੁਹਾਨੂੰ ਉੱਥੇ ਹੋਟਲ ਲੈਣਾ ਪੈਂਦਾ ਆ। ਉਸ ਹੋਟਲ ਦੇ ਵਿੱਚ ਜਿਹੜਾ ਬੈੱਡ ਹੋਊਗਾ ਜਾਂ ਜਿਹੜਾ ਤੁਹਾਡਾ ਬਿੱਲ ਬਣੂਗਾ ਨਾ, ਉਹ ਤੁਹਾਡਾ ਪ੍ਰੂਫ ਆ। ਤੁਹਾਨੂੰ MTO ਜਾਂ ਪੁਲਿਸ ਵਾਲਾ ਤੁਹਾਨੂੰ ਖੜਾ ਕਰਕੇ ਪੁੱਛ ਲਵੇ ਤੂੰ ਮੈਨੂੰ ਦੱਸ ਤੂੰ ਸੁੱਤਾ ਕਿੱਥੇ ਸੀਗਾ? ਹਾਂ, ਮੈਂ 에ਅਰਪੋਰਟ 'ਚ ਸੁੱਤਾ ਸੀਗਾ, ਉਹਦੀ ਰਸੀਦ ਦਿਖਾ। ਮੇਰਾ ਮਤਲਬ ਕਹਿੰਦਾ ਵੀ ਇਹ ਬੰਦੇ ਇੰਨੇ ਚਿਰਾਂ ਦੇ ਉੱਥੇ ਗਏ ਹੋ, ਮਹੀਨੇ ਤੋਂ ਉੱਪਰ ਹੋ ਗਏ, 40 ਦਿਨ ਤੋਂ ਉੱਪਰ ਹੋ ਗਏ, ਇਹ ਠੰਡੀਆਂ ਟਰਾਲੀਆਂ ਦੇ ਵਿੱਚ ਇਹਨਾਂ ਦੀ ਫੀਸ ਦਾ ਕੋਈ ਹੈ ਉੱਥੇ ਪ੍ਰਭਾਵ? ਮੈਂ ਗੁਰਚਰਨ ਸਿੰਘ ਜੀ, ਤੁਹਾਡੇ ਦੋਵੇਂ ਸਵਾਲਾਂ ਦਾ ਮੈਨੂੰ ਬਹੁਤ ਚੰਗਾ ਲੱਗਾ, ਤੁਸੀਂ ਜੁੜੇ, ਆਪਣਾ ਐਕਸਪੀਰੀਅੰਸ, ਕੈਨੇਡਾ ਦਾ ਐਕਸਪੀਰੀਅੰਸ ਵੀ, ਅਮਰੀਕਾ ਦਾ ਐਕਸਪੀਰੀਅੰਸ ਵੀ ਦੱਸਿਆ। ਵਾਕਈ ਜਿਹੋ ਜਿਹੇ ਪ੍ਰੀਕਾਸ਼ਨਸ ਉੱਥੇ ਲੈ ਜਾਂਦੇ ਇੱਥੇ ਨਹੀਂ ਲੈ ਜਾਂਦੇ। ਤੁਸੀਂ 2 ਸਵਾਲ ਪੁੱਛਿਆ ਵੀ ਕਿੰਨਾ ਦੀ ਡੈਥ ਹੋ ਗਈ, ਆਲਮੋਸਟ ਕਰੀਬ 40-42 ਕਿਸਾਨ ਜਿਹੜੇ ਆ ਉਹ ਸਾਨੂੰ ਛੱਡ ਗਏ ਆ ਇਸ ਸੰਘਰਸ਼ ਦੇ ਦੌਰਾਨ। ਕਿਸਾਨੀ ਜਥੇਬੰਦੀਆਂ ਹੀ ਉਹਨਾਂ ਦੀ ਕੋਸ਼ਿਸ਼ ਕਰ ਰਹੀਆਂ ਜੀ ਉਹਨਾਂ ਦੀ ਮਦਦ ਕਰਨ ਦੀ। ਬਾਕੀ ਸਰਕਾਰ ਨੇ ਵੀ ਅਨਾਉਂਸ ਕੀਤਾ ਵਾ ਵੀ ਅਸੀਂ ਸ਼ਾਇਦ 5-5 ਲੱਖ ਰੁਪਈਆ ਦੇਵਾਂਗੇ, ਲੇਕਿਨ
ਕਿਸਾਨਾਂ ਵੱਲੋਂ ਤੇ ਲੋਕਾਂ ਵੱਲੋਂ ਬਹੁਤ ਮਦਦ ਹੋ ਰਹੀ ਆ, ਪਰ ਸਟਰਕਚਰਡ ਤਰੀਕੇ ਨਾਲ ਜਿਹੋ ਜੀ ਮਦਦ ਹੋਣੀ ਚਾਹੀਦੀ ਸੀ ਉਹ ਹਾਲੀ ਨਹੀਂ ਅਨਾਉਂਸ ਹੋਈ। ਜੇ ਕੇਂਦਰ ਸਰਕਾਰ ਵੀ ਮਦਦ ਅਨਾਉਂਸ ਕਰਦੇ, ਰਾਜ ਸਰਕਾਰ ਵੀ ਰੈਗੂਲਰਲੀ ਇਹਨਾਂ ਪਰਿਵਾਰਾਂ ਨੂੰ ਮਦਦ ਜੇ ਪਹੁੰਚਾ ਦੇਵੇ ਤੇ ਬਹੁਤ ਚੰਗੀ ਗੱਲ ਹੋਊਗੀ। ਦੂਜੀ ਗੱਲ ਤੁਸੀਂ ਪੁੱਛ ਰਹੇ ਜੇ ਵੀ ਉੱਥੇ ਇੰਨੀ ਠੰਡ ਦੇ ਵਿੱਚ ਵਾਕਈ 1 ਡਿਗਰੀ ਕੱਲ 1 ਡਿਗਰੀ ਸੀ, ਅੱਜ ਸਵੇਰੇ ਬਾਰਿਸ਼ ਵੀ ਥੋੜੀ ਜੀ ਚੰਡੀਗੜ੍ਹ ਦੇ ਵਿੱਚ ਜ਼ਰੂਰ ਹੋਈ ਆ। ਔਰ ਇੱਥੇ 1 ਡਿਗਰੀ ਤੁਹਾਡੇ ਉੱਥੋਂ ਵਾਂਗੂ ਨਹੀਂ, ਇੱਥੇ ਸਹੂਲਤਾਂ ਹੈ ਨਹੀਂ, ਸੋ ਇੱਥੇ 1 ਡਿਗਰੀ ਵੀ -15 ਵਰਗੀ ਲੱਗਦੀ ਆ। ਔਰ ਵਾਕਈ ਬਹੁਤ ਦਿੱਕਤਾਂ ਵਾ ਉੱਥੇ, ਕਿਸਾਨ ਜਿਹੜੇ ਆ ਬਹੁਤ ਮੁਸ਼ਕਲਾਂ ਦੇ ਵਿੱਚ ਉੱਥੇ ਰਾਤਾਂ ਕੱਟ ਰਹੇ ਆ। ਮੈਂ 3 ਵਾਰੀ ਹੋ ਕੇ ਆਇਆ ਵਾਂ, ਮੈਂ ਹਰ ਵਾਰੀ ਜੋ ਜਾਂਦਾ 2-3 ਦਿਨ ਰਹਿ ਕੇ ਆਈਦਾ ਉੱਥੇ। ਕਿਸਾਨ ਜਿਹੜੇ ਆ ਉੱਥੇ ਟਰਾਲੀਆਂ ਦੇ ਵਿੱਚ ਸੌਂਦੇ ਆ, ਉੱਥੇ ਤਰਪਾਲ ਵਗੈਰਾ ਲਾਏ ਆ। ਕੁਝ ਬਾਹਰਲੇ ਲੋਕਾਂ ਨੇ, ਬਾਹਰ ਵਸਦੇ ਪੰਜਾਬੀਆਂ ਨੇ ਉੱਥੇ ਟੈਂਟ ਲਾ ਕੇ ਦਿੱਤੇ ਉਹਨਾਂ ਨੂੰ, ਲੇਕਿਨ ਮੁਸ਼ਕਲਾਂ ਬਰਕਰਾਰ ਨੇ ਉੱਥੇ। ਅੱਗ ਬਾਲ ਕੇ, ਲੱਕੜਾਂ ਬਾਲ ਕੇ, ਰਜਾਈਆਂ ਵਗੈਰਾ ਕਾਫੀ ਆ ਗਈਆਂ ਵੈਸੇ ਉੱਥੇ, ਲੇਕਿਨ ਮੇਰੇ ਖਿਆਲ ਇੱਕ ਦੂਜੇ ਤੋਂ ਹੌਸਲਾ ਲੈ ਕੇ ਉਹਨਾਂ ਨੂੰ ਮੇਰੇ ਖਿਆਲ ਗਰਮੈਸ਼ ਆਉਂਦੀ ਹੈ, ਸ਼ਾਇਦ ਉਹਦੇ ਨਾਲ ਹੀ ਆਪਣੀਆਂ ਰਾਤਾਂ ਉੱਥੇ ਉਹ ਕੱਟ ਰਹੇ। ਮਿਹਰਬਾਨੀ ਗੁਰਚਰਨ ਸਿੰਘ ਜੀ। ਮੀਨਵਾਈਲ ਸਾਡੇ ਨਾਲ ਬਹੁਤ ਸਾਰੇ ਸੱਜਣ ਫੇਸਬੁੱਕ ਦੇ ਉੱਪਰ ਵੀ ਜੁੜ ਗਏ ਆ, ਬਹੁਤੇ ਹੈਪੀ ਨਿਊ ਈਅਰ ਕਹਿ ਰਹੇ ਜੀ। ਤੁਹਾਨੂੰ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਗੁਰਪ੍ਰਤਾਪ ਸਿੰਘ ਵਾਲੀਆ, ਮਿਸਕੀ ਗੁਪਤਾ, ਦਵਿੰਦਰ ਲੋਪੋ ਔਰ ਵਿੰਦਰਜੀਤ ਸਿੰਘ ਪੰਦੇਰ ਔਰ ਹੋਰ ਵੀ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਹੋਏ ਨੇ। ਇੱਕ ਸੱਜਣ ਹੋਰ ਹੋਲਡ ਕਰ ਰਹੇ ਨੇ, ਇਸ ਵੇਲੇ ਕਾਲ ਦੇ ਉੱਪਰ ਨੇ, ਦੇਖਦੇ ਆ ਉਹ ਕੀ ਗੱਲ ਸਾਂਝੀ ਕਰਨੀ ਚਾਹੁੰਦੇ। ਹੈਲੋ ਹੈਲੋ हेलो सत श्री अकाल संधू साहब। सत श्री अकाल राम शर्मा जी, स्वागत है, नवे साल दी मुबारकां। संधू साहब नवे साल ਦੀਆਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਔਰ ਜਿਹੜਾ ਤੁਹਾਡਾ ਅੱਜ ਦਾ ਵਿਸ਼ਾ ਨਾ ਜੀ 2020 ਨੇ ਜਿਹੜਾ ਸਾਨੂੰ ਹੈ ਉਹ ਕੱਲੇ ਪੰਜਾਬ ਨੂੰ ਨਹੀਂ, ਹਰਿਆਣੇ ਨੂੰ ਵੀ ਔਰ ਦੂਸਰੇ ਸਟੇਟਾਂ ਨੂੰ ਵੀ ਬਹੁਤ ਕੁਝ ਸਿਖਾਇਆ ਹੈ। ਬਿਲਕੁਲ ਠੀਕ। ਜਿਹੜਾ ਕਿ ਸਿਆਸਤਦਾਨਾਂ ਨੇ ਇਹਨਾਂ ਸਟੇਟਾਂ ਨੂੰ ਇੱਕ ਦੂਜੇ ਦਾ ਦੁਸ਼ਮਣ ਬਣਾਇਆ ਹੋਇਆ ਸੀ, ਇੱਕ ਦੂਜੇ ਦੇ ਆਪੋਜਿਟ ਇਹਨਾਂ ਦੇ ਦਿਮਾਗ ਜਿਹੜੇ ਭਰ ਕੇ ਜਿਹੜੇ ਖਰਾਬ ਕੀਤੇ ਹੋਏ ਸੀਗੇ ਉਹ ਸਾਰੇ ਸਾਫ਼ ਹੋ ਗਏ। ਔਰ ਤੁਸੀਂ ਦੇਖੋ ਕਿ ਹਰਿਆਣਾ ਜਦੋਂ ਦਾ ਅਲੱਗ ਹੋਇਆ ਉਦੋਂ ਵੀ ਪੰਜਾਬ ਤੇ ਹਰਿਆਣੇ ਨੇ ਆਪਸ ਦੀ ਜਿਹੜੀਆਂ ਡਾਂਗਾਂ ਸੀਗੀਆਂ, ਜਿਹੜੀਆਂ ਖਿੱਚੀਆਂ ਸੀਗੀਆਂ, ਔਰ ਉਹ ਡਾਂਗਾਂ ਸੀਗੀਆਂ ਜਿਹੜੀਆਂ ਉਹ ਅੱਜ ਕੱਲ ਸੈਂਟਰ ਗੌਰਮੈਂਟ ਦੇ ਪਾਸੇ ਯੂਜ਼ ਕਰਨ ਵਾਸਤੇ ਪਾਸੇ ਰੱਖ ਲਿੱਤੀਆਂ ਗਈਆਂ। ਔਰ ਇਹ ਦੋਨੇ ਇਸ ਟਾਈਮ ਭਰਾ ਹੈ। ਔਰ ਦੂਜਾ ਜਿਹੜਾ ਵਿਸ਼ਾ ਵੀ ਬੜਾ ਗੰਭੀਰ ਹੈ, ਕਿਉਂਕਿ ਜੇ ਇਹ ਵਿਸ਼ਾ ਲਾਗੂ ਹੋ ਜਾਂਦਾ ਔਰ ਵਿਸ਼ਾ ਕਿਹਦੇ ਵਾਸਤੇ ਲਿਆਂਦਾ ਇਹ ਬੜੇ ਦਿਨਾਂ ਦਾ ਚੱਲ ਰਿਹਾ ਹੈਗਾ, ਉਹਨੂੰ ਆਪਾਂ ਨੂੰ ਦੱਸਣ ਦੀ ਲੋੜ ਨਹੀਂ। ਗੱਲ ਸਿਰਫ ਹੁਣ ਇੰਨੀ ਹੈ ਕਿ ਇਹਨੂੰ ਕਿਸੇ ਬੰਨੇ ਲੱਗਦਾ ਜਿਹੜਾ ਹੈਗਾ ਇਹ ਹਜੇ ਵੀ ਨਹੀਂ ਦਿੰਦਾ ਕਿ ਕਿਸੇ ਬੰਨੇ ਲੱਗੂਗਾ ਕਿ ਨਹੀਂ ਲੱਗੂਗਾ। 4 ਤਰੀਕ ਨੂੰ 5 ਤਰੀਕ ਨੂੰ ਔਰ ਇਹਨਾਂ ਦੀਆਂ ਜਿਹੜੀਆਂ ਲੰਮੀਆਂ ਤਰੀਕਾਂ ਪੈਂਦੀਆਂ ਉਹ ਸਿਰਫ ਇਹਨੂੰ ਖਰਾਬ ਕਰਨ ਦੇ ਤਰੀਕੇ ਆ। ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਬੀਜੇਪੀ ਵਾਲਿਆਂ ਨੇ ਉਹ ਗੋਹਾ ਸੁੱਟਣ ਦਾ 307 ਦੇ ਪਰਚੇ ਦਰਜ ਕਰਾ ਤੇ ਇਹ ਹੋ ਗਿਆ। ਕੈਪਟਨ ਹੈ ਜਿਹੜਾ ਉਹ ਇਸ ਟਾਈਮ ਬਿਲਕੁਲ ਜਿਹੜਾ ਹੈਗਾ ਬੀਜੇਪੀ ਦੀ ਝੋਲੀ 'ਚ ਪੈ ਚੁੱਕਿਆ। ਔਰ ਉਹਦਾ ਜਿਹੜਾ ਹੁਣ 14 ਮਹੀਨੇ ਮੇਰਾ ਖਿਆਲ ਸ਼ਾਇਦ ਅੱਜ ਰਹਿ ਗਏ। ਮੈਂ ਤੁਹਾਡੇ ਸ਼ੋਅ ਦੇ ਉੱਤੇ ਪਹਿਲੇ ਦਿਨ ਇਹ ਦਿਨਾਂ ਦੀ ਗਿਣਤੀ ਕਰਦਾ ਕਿ ਜੇ ਫਰਵਰੀ 'ਚ ਇਲੈਕਸ਼ਨ ਹੋਣੇ ਆ ਤਾਂ ਜਨਵਰੀ ਸ਼ੁਰੂ ਹੋ ਗਈ, ਫਿਰ 14 ਮਹੀਨੇ ਵੀ ਹੈ। ਔਰ 2 ਮਹੀਨੇ ਪਹਿਲਾਂ ਵੀ ਉਹ ਸਿਸਟਮ ਹੈ ਜਿਹੜਾ ਉਹ ਲਾਗੂ ਹੋ ਜਾਊਗਾ ਔਰ ਉਹਦੇ ਵਿੱਚ ਕੈਪਟਨ ਨੂੰ ਇਹਦਾ ਰਿਜ਼ਲਟ ਮਿਲ ਜਾਊਗਾ। ਔਰ ਮੈਨੂੰ ਇਹ ਲੱਗਦਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਇੱਕ ਐਸਾ ਦਲ ਖੜਾ ਹੋਊਗਾ ਜਿਹਦੀ ਆਪਾਂ ਨੂੰ ਉਮੀਦ ਨਹੀਂ, ਜਿਹਦੇ ਵਿੱਚ ਆਮ ਆਦਮੀ ਪਾਰਟੀ, ਦੂਜੇ ਜਾਂ ਜਿਹੜੀਆਂ ਦੂਜੀਆਂ ਤਾਂ ਜੱਦੀ ਪਾਰਟੀਆਂ ਕਾਂਗਰਸ ਅਕਾਲੀ ਦਲ ਦੇ ਉਹ ਲੱਟੇ ਪਟੇ ਉਹ ਤਾਂ ਸਭ ਹੈਗੇ ਆ। ਔਰ ਜੇਕਰ ਕਿਸਾਨ ਦਾ ਏਕਾ ਇਸੇ ਤਰ੍ਹਾਂ ਰਿਹਾ ਜਿਵੇਂ ਅੱਜ ਹੈ ਤੇ ਫਿਰ ਇਹ ਸਾਰੀਆਂ ਪਾਰਟੀਆਂ ਨੂੰ ਮਾਤ ਪਾ ਦੇਣਗੇ ਤੇ ਪੰਜਾਬ ਦੇ ਵਿੱਚ ਇੱਕ ਨਵਾਂ ਸਵੇਰਾ ਜਿਹੜਾ ਹੈਗਾ ਉਹ ਚੜੂਗਾ, ਜਿਹਦੀ ਕਿ ਆਪਾਂ ਨੂੰ ਕਰਨੀ ਚਾਹੀਦੀ ਆ। ਥੈਂਕ ਯੂ ਵੈਰੀ ਮਚ। ਮਿਹਰਬਾਨੀ ਰਾਮ ਸ਼ਰਮਾ ਜੀ। ਇੱਕ ਨਵੇਂ ਸਵੇਰ ਦੀ, ਨਵਾਂ ਸਵੇਰਾ ਕਹਿ ਰਹੇ ਨੇ ਇੱਕ ਪੰਜਾਬ ਦੇ ਵਿੱਚ ਚੜ ਸਕਦਾ ਵਾ। ਚਲੋ ਦੇਖਦੇ ਹਾਂ ਜੀ ਰਾਮ ਸ਼ਰਮਾ ਜੀ ਕਿ ਵਾਕਈ ਨਵਾਂ ਧਿਰ ਵਿੱਚੋਂ ਨਿਕਲਦਾ ਵਾ ਇਸ ਸੰਘਰਸ਼ ਦੇ ਵਿੱਚੋਂ। ਇਹ ਵੀ ਕਾਫੀ ਡਿਪੈਂਡ ਕਰੂਗਾ ਕਿ ਇਹਦਾ ਜਿਹੜਾ ਸੰਘਰਸ਼ ਆ ਉਹਦਾ ਨਤੀਜਾ ਕੀ ਨਿਕਲਦਾ ਵਾ, ਉਹਦੇ 'ਚ ਕਾਮਯਾਬੀ ਕਿਸ ਤਰ੍ਹਾਂ ਦੀ ਮਿਲਦੀ ਆ। ਸਾਡੇ ਨਾਲ ਨਰਿੰਦਰ ਟਿਵਾਣਾ ਵੀ ਜੁੜ ਗਏ ਨੇ, ਪਰਮਵੀਰ ਮਾਨ ਵੀ ਜੁੜ ਗਏ ਨੇ, ਮਿਸਕੀ ਗੁਪਤਾ ਵੀ ਨਵਾਂ ਕਮੈਂਟ ਉਹਨਾਂ ਪਾਇਆ, ਸਚਨਪ੍ਰੀਤ ਸਿੰਘ ਖਹਿਰਾ ਸਾਡੇ ਨਾਲ ਇਸ ਵੇਲੇ ਫੇਸਬੁੱਕ ਦੇ ਉੱਪਰ ਨੇ। ਔਰ ਸਚਨਪ੍ਰੀਤ ਸਿੰਘ ਖਹਿਰਾ ਮੈਨੂੰ ਯਾਦ ਦਿਵਾ ਰਹੇ ਆ ਵੀ ਜਦੋਂ ਤੁਸੀਂ ਹੁਣ ਦਿੱਲੀ ਆਏ ਸੀ ਉਦੋਂ ਆਪਾਂ ਉੱਥੇ ਮਿਲੇ ਵੀ ਸੀ। ਬਿਲਕੁਲ ਯਾਦ ਹੈ ਮੈਨੂੰ ਜੀ।
ਸਚਿਨਪ੍ਰੀਤ ਖਹਿਰਾ ਸਾਹਿਬ। ਕਮਲ ਜੋਸ਼ਨ ਕਹਿ ਰਹੇ ਨੇ ਕਿ ਹੁਣ ਪੰਜਾਬ ਦੇ ਕਿਸਾਨੀ ਯੋਧਿਆਂ ਨੂੰ ਦਿੱਲੀ ਤੋਂ ਹੱਕ ਹਾਸਲ ਕਰਨ ਤੋਂ ਬਾਅਦ ਪੰਜਾਬ ਦੀ ਰਾਜਨੀਤਿਕ ਵਾਗਡੋਰ ਖੁਦ ਸੰਭਾਲ ਲੈਣੀ ਚਾਹੀਦੀ ਹੈ ਤਾਂ ਕਿ ਰਾਜਨੀਤਿਕ ਗੰਦਗੀ ਸਾਫ਼ ਕਰਕੇ ਹੀ ਪੰਜਾਬ ਨੂੰ ਬਚਾਇਆ ਜਾ ਸਕੇ। ਕਮਲ ਜੋਸ਼ਨ ਨੇ ਵੀ ਕਰੀਬ ਉਹੀ ਗੱਲ ਕੀਤੀ ਆ ਜੋ ਹੁਣੇ ਇਸ਼ਾਰਾ ਰਾਮ ਸ਼ਰਮਾ ਆਪਣੀ ਕਾਲ ਕਰਕੇ ਕਰ ਰਹੇ ਸਨ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਹਾਂਜੀ, ਮੈਂ ਦਲਜੀਤ ਮਾਨ ਬੋਲ ਰਿਹਾ ਜੀ। ਹਾਂਜੀ ਹਾਂਜੀ ਦਲਜੀਤ ਮਾਨ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਔਰ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਮੁਬਾਰਕਾਂ, ਤੁਹਾਨੂੰ ਵੀ ਮੁਬਾਰਕਾਂ। ਤੁਹਾਨੂੰ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਮਿਹਰਬਾਨੀ। ਅੱਛਾ ਜੀ, ਸਭ ਤੋਂ ਪਹਿਲਾਂ ਤੇ ਜਿਹੜਾ ਅਸੀਂ ਸਭ ਤੋਂ ਵੱਡਾ ਜਿਹੜਾ ਲੈਸਨ ਆਪਾਂ ਨੇ ਲਰਨ ਕੀਤਾ ਵਾ 2020 ਦੇ ਵਿੱਚ ਜੀ, ਇਹ ਜਿਹੜਾ ਕਿਸਾਨਾਂ ਦਾ ਪੀਸਫੁਲ ਪ੍ਰੋਟੈਕਸ਼ਨ ਅੰਦੋਲਨ। ਬਿਲਕੁਲ ਠੀਕ ਹੈ, ਬਿਲਕੁਲ ਸ਼ਾਂਤਮਈ ਰਹਿਣਾ ਬਹੁਤ ਵੱਡੀ ਗੱਲ ਹੈ। ਇਸ ਤੋਂ ਵੱਡਾ ਕੋਈ ਸਾਡਾ ਅਚੀਵਮੈਂਟ ਹੁਣ ਤੋਂ ਆਜ਼ਾਦੀ ਤੱਕ ਮਤਲਬ 75 ਇਅਰਸ ਤੱਕ ਦਾ ਕੋਈ ਵੱਡਾ ਅਚੀਵਮੈਂਟ ਨਹੀਂ ਮਿਲਿਆ। ਇਹ ਸਭ ਤੋਂ ਵੱਡਾ ਅਚੀਵਮੈਂਟ ਸਾਡਾ ਇਹ। ਰਾਈਟ, ਬਿਲਕੁਲ ਠੀਕ। ਇਸ ਤੋਂ ਹੀ ਲੈਸਨ ਲੈ ਕੇ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਕੋਈ ਕਈ ਆਈਆਂ ਤੇ ਕਈ ਗਈਆਂ ਤੇ ਕਈਆਂ ਨੇ ਅੱਗਾਂ ਆਉਣਾ ਜੀ, ਇਹਨਾਂ ਸਾਰਿਆਂ ਨੂੰ ਜੇ ਇੱਕ ਹੁੰਦੀ ਹੈ ਨਾ ਇੱਕ ਲਕਸ਼ਮਣ ਰੇਖਾ ਬਣਾ ਕੇ ਤੇ ਉਹਦੇ ਬਾਰ-ਬਾਰ ਰੱਖਿਆ ਜਾਵੇ ਤੇ ਆਪਣੇ ਕਹਿੰਦੇ ਨੇ ਪੂਰੇ ਹਿੰਦੁਸਤਾਨ 'ਚ ਬੜੀ ਸ਼ਾਂਤੀ ਰਹਿ ਸਕਦੀ ਆ। ਕੀ ਕਹਿਣਾ ਚਾਹੁੰਦੇ ਤੁਸੀਂ ਵੀ NGOs ਅੱਗੇ ਆਉਣ, ਸਮਾਜ ਦੀਆਂ ਹੋਰ ਗਰੁੱਪਸ ਅੱਗੇ ਆਉਣ ਤਾਂ ਕਿ ਸਿਆਸੀ ਪਾਰਟੀਆਂ ਨੂੰ ਬਹੁਤ ਗੱਲਾਂ ਤੋਂ ਦੂਰ ਰੱਖਿਆ ਜਾ ਸਕੇ? ਤੁਸੀਂ ਪੰਜਾਬ ਦਾ ਐਗਜ਼ਾਮਪਲ ਲੈ ਕੇ ਪੰਜਾਬ ਦੇ ਵਿੱਚ ਹੁਣ ਇਸ ਟਾਈਮ ਆਪਣੇ 40 ਜਿਹੜੇ ਲੱਗੇ ਹੋਏ ਆ ਲੀਡਰ ਜੀ, ਉਹ 40 ਬੰਦੇ ਸੈਂਟਰ ਵਾਲਿਆਂ ਨੂੰ ਕੁਛਕਣ ਨਹੀਂ ਦਿੱਤਾ। ਉਹਨਾਂ ਨੇ 7-8 ਮੀਟਿੰਗਾਂ ਕੀਤੀਆਂ। ਇਹੋ ਹੀ 40 ਬੰਦੇ ਪੰਜਾਬ ਗਵਰਨਮੈਂਟ ਚਲਾ ਸਕਦੇ ਆ। ਰਾਈਟ। ਇਹਨਾਂ ਬੰਦਿਆਂ ਦੇ ਹੋਰ ਚੰਗੇ ਬੰਦੇ ਵੀ ਆ ਸਕਦੇ ਆ ਤੁਹਾਡੇ ਵਰਗੇ। ਮਿਹਰਬਾਨੀ ਜੀ, ਮਿਹਰਬਾਨੀ। ਤੁਹਾਡੇ ਮਤਲਬ ਤੁਹਾਡੇ ਵਰਗੇ ਹੋਰ ਬੜੇ ਬੰਦੇ ਸਾਈਡ ਤੇ ਖਲੋਤੇ ਹੋਏ ਆ ਜਿਹੜੇ ਇੰਤਜ਼ਾਰ ਕਰ ਰਹੇ ਆ ਤੇ ਹੁਣ ਆਪਣੇ ਕੋਲ 2 ਸਾਲ ਦਾ ਬੜਾ ਮੌਕਾ ਵਾ ਤੇ ਫਿਰ ਇਸੇ ਚੀਜ਼ ਨੂੰ ਅੱਗੇ ਵਧਾਇਆ ਜਾ ਸਕਦਾ। ਮਿਹਰਬਾਨੀ ਦਲਜੀਤ ਮਾਨ ਜੀ। ਦਲਜੀਤ ਮਾਨ ਨੇ ਦੋ ਗੱਲਾਂ ਬਹੁਤ ਅਹਿਮ ਕੀਤੀਆਂ ਵਾ। ਤੁਸੀਂ ਉਹਨਾਂ ਦੇ ਨਾਲ ਸਹਿਮਤ ਜੇ ਜਾਂ ਨਹੀਂ ਸਹਿਮਤ ਜ਼ਰੂਰ ਕਾਲ ਕਰਕੇ ਦੱਸਿਓ। ਇੱਕ ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਏਕਾ ਦੇਖਣ ਨੂੰ ਮਿਲਿਆ ਉੱਥੇ ਔਰ ਸ਼ਾਂਤਮਈ ਰਹਿਣਾ ਬਹੁਤ ਵੱਡੀ ਗੱਲ ਆ। ਇਨਫੈਕਟ ਪੰਜਾਬ ਦੇ ਉੱਤੇ ਇੱਕ ਇਲਜ਼ਾਮ ਲੱਗਦਾ ਰਿਹਾ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਵੀ ਇਹ ਸ਼ਾਂਤਮਈ ਨਹੀਂ ਰਹਿੰਦੇ, ਹਿੰਸਕ ਕਾਰਵਾਈਆਂ 'ਚ ਹਿੱਸਾ ਲੈਂਦੇ ਆ। ਸੋ ਉਹ ਸਾਰੇ ਜਿਹੜੇ ਧੋਣੇ ਧੋਤੇ ਇਹਨਾਂ ਨੇ। ਸੋ ਇੱਕ ਤਰੀਕੇ ਨਾਲ ਵਾਕਈ ਇਹ ਬਹੁਤ ਵੱਡੀ ਅਚੀਵਮੈਂਟ ਆ ਔਰ ਇੱਕ ਪੰਜਾਬ ਦਾ ਇੱਕ ਨਵਾਂ ਫੇਸ ਜਿਹੜਾ ਵਾ ਲੋਕਾਂ ਦੇ ਸਾਹਮਣੇ, ਮੁਲਕ ਦੇ ਸਾਹਮਣੇ ਆਇਆ ਵਾ ਕਿ ਇਹ ਲੋਕ ਸ਼ਾਂਤਮਈ ਨੇ, ਜੇ ਸੰਘਰਸ਼ ਕਰਦੇ ਆ ਤੇ ਇਹ ਸਿਰਫ ਆਪਣੇ ਹੱਕਾਂ ਲਈ ਜਾਂ ਦੂਜੇ ਦੇ ਉੱਤੇ ਜ਼ੁਲਮ ਜਿਹੜਾ ਹੋ ਰਿਹਾ ਉਹਨੂੰ ਦੂਰ ਕਰਨ ਵਾਸਤੇ ਕਰਦੇ ਆ। ਔਰ ਇਹ ਲੋਕ ਬੇਸਿਕਲੀ ਸ਼ਾਂਤਮਈ ਨੇ ਔਰ ਇਹ ਪ੍ਰੂਵ ਹੋ ਗਿਆ। 40 ਦਿਨ ਆਲਮੋਸਟ ਹੋ ਗਏ ਆ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ ਔਰ ਬਿਲਕੁਲ ਸ਼ਾਂਤਮਈ ਸੰਘਰਸ਼ ਚੱਲ ਰਿਹਾ ਵਾ। ਔਰ ਇਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ 41 ਜਥੇਬੰਦੀਆਂ ਜਿਹੜੀਆਂ ਇਸ ਵੇਲੇ ਸੈਂਟਰ ਦੇ ਨਾਲ ਗੱਲਬਾਤ ਕਰ ਰਹੀਆਂ, ਉਹਨਾਂ ਦੇ ਆਗੂ ਜਿਹੜੇ ਆ ਉਹੀ ਇੱਕ ਪੋਲੀਟੀਕਲ ਪਾਰਟੀ ਬਣ ਕੇ ਪੰਜਾਬ ਦੇ ਵਿੱਚ ਕਾਮਯਾਬੀ ਹਾਸਲ ਕਰ ਸਕਦੇ ਆ। ਕੁਝ ਹੋਰ ਲੋਕਾਂ ਨੂੰ, ਇੰਟੈਲੈਕਚੁਅਲਸ ਨੂੰ ਜਾਂ ਹੋਰ ਜਿਹੜੇ ਬੁੱਧੀਜੀਵੀ ਆ ਜਾਂ ਹੋਰ ਜਿਹੜੇ ਸਮਾਜਿਕ ਕੰਮਕਾਜ ਦੇ ਵਿੱਚ ਲੱਗੇ ਆ ਉਹਨਾਂ ਨੂੰ ਨਾਲ ਜੋੜ ਕੇ ਪੰਜਾਬ ਦੇ ਵਿੱਚ ਇੱਕ ਨਵੀਂ ਸਵੇਰ ਜਿਹੜੀ ਆ, ਨਵੀਂ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾ ਸਕਦੀ। ਇੰਦਰਜੀਤ ਹੇਰ, ਹਰਜੀਤ ਵੜੈਚ ਔਰ ਮਿਸਕੀ ਗੁਪਤਾ ਹੁਣਾਂ ਦੇ ਤਾਜ਼ੇ ਕਮੈਂਟ ਆ। ਮਿਸਕੀ ਗੁਪਤਾ ਕਹਿ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਮਈ-ਜੂਨ ਵਿੱਚ ਕਰਵਾ ਸਕਦੇ ਨੇ ਚੋਣਾਂ ਕਿਉਂਕਿ ਇਸ ਸਾਲ ਵਿੱਚ ਕੈਪਟਨ ਸਰਕਾਰ ਖਿਲਾਫ ਪ੍ਰਦਰਸ਼ਨ ਵਿਰੋਧ ਹੋਣਾ ਸੀ ਪਰੰਤੂ ਉਹ ਨਹੀਂ ਹੋਇਆ। ਉਹਨਾਂ ਦਾ ਖਿਆਲ ਹੈ ਕਿ ਚੋਣਾਂ ਪਹਿਲੋਂ ਕਾਲ ਕੀਤੀਆਂ ਜਾ ਸਕਦੀਆਂ ਵਾ, ਅਗਲੀ ਫਰਵਰੀ ਦੀ ਥਾਂ ਤੇ ਜਾਂ ਮਾਰਚ ਦੀ ਥਾਂ ਤੇ ਚੋਣਾਂ ਮਈ-ਜੂਨ ਦੇ ਵਿੱਚ ਵੀ ਹੋ ਸਕਦੀਆਂ। ਇੱਕ ਨਵੀਂ ਗੱਲ ਮਿਸਕੀ ਗੁਪਤਾ ਨੇ ਕੀਤੀ ਆ, ਇਹਦੇ ਤੇ ਵੀ ਤੁਸੀਂ ਟਿੱਪਣੀ ਜਿਹੜੀ ਆ ਉਹ ਕਰ ਸਕਦੇ ਜੀ। ਇੱਕ ਕਾਲਰ ਹੋਰ ਵੀ ਸਾਡੇ ਨਾਲ ਜੁੜੇ ਹੋਏ ਨੇ, ਇਸ ਵੇਲੇ ਹੋਲਡ ਕਰ ਰਹੇ ਨੇ। ਉਹਨਾਂ ਦੀ ਗੱਲ ਲੈਣ ਤੋਂ ਪਹਿਲਾਂ ਮੈਂ ਇੱਕ ਹੋਰ ਵੀ ਗੱਲ ਕਰਨੀ ਚਾਹੁੰਦਾ ਵਾਂ ਕਿ ਇੱਕ ਲੈਸਨ ਜਾਂ ਇੱਕ ਨਵੀਂ ਡਿਬੇਟ ਇਹ ਵੀ ਛਿੜੀ ਆ ਕਿ ਕੀ ਮੁਲਕ ਜਿਹੜਾ ਵਾ ਉਹ ਸੰਵਿਧਾਨ ਮੁਤਾਬਕ ਇੱਕ ਫੈਡਰਲ ਢਾਂਚਾ ਅਸੀਂ ਚਲਾਉਣਾ ਚਾਹੁੰਦੇ ਹਾਂ, ਫੈਡਰਲ ਸਟਰਕਚਰ
ਸਾਹਮਣੇ ਰੱਖਣਾ ਚਾਹੁੰਦੇ ਆ ਜਾਂ ਇੱਕ ਯੂਨਿਟਰੀ ਸਟਰੋਂਗ ਸੈਂਟਰ ਲੈ ਕੇ ਅਸੀਂ ਮੁਲਕ ਚਲਾਉਣਾ ਚਾਹੁੰਦੇ ਹਾਂ? ਇਹ ਵੀ ਇੱਕ ਨਵੀਂ ਡਿਬੇਟ ਛਿੜੀ ਹੈ, ਇਹਦੇ ਤੇ ਵੀ ਤੁਸੀਂ ਟਿੱਪਣੀ ਕਰ ਸਕਦੇ। ਯੂ ਵਿਲ ਟੇਕ ਦ ਨੈਕਸਟ ਕਾਲ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸ਼ੇਰ ਸਿੰਘ ਬੋਲ ਰਹੇ ਜੀ? ਹਾਂਜੀ 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 ਸ਼ੇਰ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ ਔਰ ਨਵੇਂ ਸਾਲ ਦੀਆਂ ਮੁਬਾਰਕਾਂ। ਹਾਂਜੀ, ਤੁਹਾਨੂੰ ਵੀ ਸਾਰਿਆਂ ਨੂੰ। ਸੰਧੂ ਸਾਹਿਬ, ਮੈਂ ਤਾਂ ਇਹ ਕਹੂੰਗਾ, ਜਿੱਥੇ ਆਪਾਂ 2020 ਦੀ ਗੱਲ ਕਰਦੇ ਆਂ ਵੀ ਇੱਕ ਤਾਂ ਕੋਵਿਡ ਆਇਆ, ਚਲੋ ਕੋਵਿਡ ਨੇ ਜਿੱਥੇ ਬਿਮਾਰੀ ਇਹ ਲੱਗੀ ਤੇ ਆਰਥਿਕ ਨੁਕਸਾਨ ਵੀ ਹੋਇਆ, ਕਈ ਤਰ੍ਹਾਂ ਦੇ ਹੋਇਆ। ਇੱਥੇ ਨੁਕਸਾਨ ਦੇ ਨਾਲ ਥੋੜੀ ਸਿੱਖਿਆ ਇਹਦੇ ਚੋਂ ਵੀ ਮਿਲੀ ਆਪਾਂ ਨੂੰ। ਇੱਕ ਤਾਂ ਮੈਂ ਕਹੂੰਗਾ ਘੱਟੋ ਘੱਟ ਸਫਾਈ ਰੱਖਣ ਦੀ, ਦੂਜਾ ਸੀ ਜਿਹੜੇ ਵਾਧੂ ਖਰਚੇ ਸੀ ਜਿਵੇਂ ਵਿਆਹਾਂ ਦੇ ਜਾਂ ਭੋਗਾਂ ਦੇ, ਉਹੋ ਜਿਹੇ ਖਰਚੇ ਵੀ ਘਟੇ ਜਾਂ ਘੱਟ ਹੋਣੇ। ਇਹਦੇ ਵੀ ਜੇ ਤੋਂ ਵੱਡੀ ਸਿੱਖਿਆ ਜੇ ਆਪਾਂ ਇਸ ਤਰ੍ਹਾਂ ਰੱਖ ਸਕੀਏ ਆਮ ਜ਼ਿੰਦਗੀ ਦੇ ਵਿੱਚ ਵੀ। ਜੀ ਜੀ। ਤੇ ਦੂਜਾ ਮੈਂ ਕਹੂੰਗਾ ਜਿਹੜਾ ਕਿਸਾਨ ਅੰਦੋਲਨ ਚੱਲਿਆ ਸੀ 2020 ਦੇ ਵਿੱਚ, ਇਹ ਤੋਂ ਸੰਧੂ ਸਾਹਿਬ ਦੂਜੀ ਆਪਾਂ ਨੂੰ ਆਪਾਂ ਸਾਰੇ ਜਾਣਦੇ ਭਾਈਚਾਰੇ ਦੀ ਵੀ ਹੋਈ, ਜਿਹੜੀਆਂ ਸਰਕਾਰਾਂ ਚਾਲਾਂ ਚੱਲਦੀਆਂ ਸੀ, ਦੂਜੀ ਵੀ, ਤੇ ਜਿਹੜੀ ਆਪਣੀ ਸ਼ਾਂਤੀ ਵਾਲੀ ਗੱਲ ਵੀ ਕਹੀ, ਤੇ ਇਹ ਧਰਮ ਨੂੰ ਪਾੜ ਕੇ ਜਾਂ ਭੜਕਾ ਕੇ ਉਹ ਵੀ ਨੰਗੇ ਹੋਏ, ਰਾਜਨੀਤਿਕ ਲੋਕ ਵੀ, ਕੁਝ ਸਾਧਵਾਂ ਵੀ ਨੰਗਾ ਹੋਇਆ। ਦੂਜਾ ਮੈਂ ਕਹੂੰਗਾ ਥੋੜੇ ਜਿਹੇ ਜਿਹੜੇ ਹਰਿਆਣੇ ਨੇ ਤੇ ਖਾਸ ਕਰਕੇ ਆਹ ਗੱਲ ਜਿਹੜੀ ਵਧੀਆ ਕਰਤੀ, ਮੇਰੇ ਜਿਹੜੀ ਚੀਜ਼ ਚੱਲਦਾ ਪਾਣੀ ਤੇ ਇਹ ਜਿਹੇ ਇਹਨਾਂ ਦੇ ਮੁੱਦੇ ਇਹ ਲਿਆਉਂਦੇ ਸੀ ਨਾ, ਜਲਵੇ ਖੇਡਦੇ ਸੀ ਜਿਹੜੇ ਇਹ ਤੇ ਚੋਣਾਂ ਲੜੀਆਂ ਜਾਂਦੀਆਂ ਸੀ, ਇਹਦਾ ਇੱਕ ਚੰਗਾ ਜਵਾਬ ਮਿਲ ਗਿਆ। ਰਾਜਨੀਤੀ 'ਚ ਵੀ ਸੁਧਾਰ ਆਉਣ ਦੀ ਆਸ ਹੈ, ਕਿਉਂਕਿ ਚੰਗੇ ਲੋਕ ਮੇਰਾ ਖਿਆਲ ਜ਼ਰੂਰ ਸ਼ਮੂਲੀਅਤ ਕਰਨਗੇ, ਸਾਰੀ ਗੱਲ ਤੇ ਪਊਗਾ ਤੇ ਲੋਕਾਂ ਦਾ ਆਪਸ 'ਚ ਜਿਹੜਾ ਹੈਗਾ ਪਿਆਰ ਉਹ ਵੀ ਵਧੂਗਾ ਤੇ ਆਪਦੇ ਜਿਹੜੇ ਮਸਲੇ ਹਨ ਆਪ ਲੋਕ ਕਰ ਲੈਣਗੇ। ਇਹਨਾਂ ਵਿਚੋਲਿਆਂ ਦੀ ਘੱਟ ਲੋੜ ਪਊਗੀ ਜੇ ਇਸ ਗੱਲ ਤੋਂ ਸਿੱਖ ਲੈਣ ਤਾਂ ਬਹੁਤ ਵਧੀਆ ਹੈਗਾ। ਬਾਕੀ ਜ਼ਰੂਰ ਘਾਟੇ ਹਰ ਇੱਕ ਚੀਜ਼ ਦੇ, ਅੰਦੋਲਨ ਦਾ ਘਾਟਾ ਤਾਂ ਵੱਡਾ ਹੀ ਆ, ਪੂਰੇ ਅੰਦੋਲਨ ਨਾਲ ਦੇਸ਼ ਦੀ ਤਰੱਕੀ ਰੋਕਦੀ ਸਾਰਾ ਕੁਝ, ਪਰ ਅੰਦੋਲਨਾਂ 'ਚੋਂ ਹੀ ਸਿੱਖਿਆ ਮਿਲਦੀ ਹੈ ਤੇ ਅੰਦੋਲਨਾਂ 'ਚੋਂ ਹੀ ਮਤਲਬ ਗਾਂਹ ਦੇ ਰਾਹ ਮਿਲਦੇ ਹੈ ਤੇ ਗਾਂਹ ਦੀ ਰਾਜਨੀਤੀ ਨੂੰ ਵੀ ਬਦਲਣ ਦੇ ਤੇ ਲੋਕਾਂ ਨੂੰ ਸਮਝਣ ਦੇ ਵੀ। ਮੈਂ ਉਮੀਦ ਕਰਦਾ ਵੀ ਇਹਨਾਂ ਤੋਂ ਲੋਕ ਜਿੱਥੇ ਨੁਕਸਾਨ ਹੁੰਦਾ ਉੱਥੋਂ ਇਹਨਾਂ ਦੇ ਜਿਹੜੀਆਂ ਆਪਾਂ ਨੂੰ ਸਿਖਾਵਾਂ ਮਿਲੀਆਂ ਉਹਤੇ ਵੀ ਅਮਲ ਜ਼ਰੂਰ ਕਰਨਗੇ। ਬਸ ਇੰਨਾ ਹੀ ਕਹੂੰਗਾ। ਮਿਹਰਬਾਨੀ ਮਿਹਰਬਾਨੀ। ਬਿਲਕੁਲ ਸ਼ੇਰ ਸਿੰਘ ਨੇ ਸਹੀ ਗੱਲ ਕਹੀ ਵੀ ਇਹਦੇ ਨਾਲ ਇੱਕ ਰਾਜਨੀਤੀ ਦੇ ਵਿੱਚ ਵੀ ਤਬਦੀਲੀ ਆ ਸਕਦੀ ਆ, ਕਿਉਂਕਿ ਜਿਹੜੇ ਸਿਆਸੀ ਲੋਕ ਜਿਹੜੇ ਲੋਕਾਂ ਨੂੰ ਤੋੜਦੇ ਆ, ਉਹਨਾਂ ਨੂੰ ਵੱਖ-ਵੱਖ ਕਰਦੇ ਆ, ਉਹਨਾਂ ਨੂੰ ਵੀ ਇੱਕ ਸਬਕ ਮਿਲਿਆ ਵਾ ਕਿ ਜੇ ਮਸਲੇ ਕਾਮਨ ਹੋਣ, ਜੇ ਸਹੀ ਢੰਗ ਨਾਲ ਉਹਨਾਂ ਨੂੰ ਅੱਗੇ ਪੇਸ਼ ਕੀਤਾ ਜਾਵੇ ਤਾਂ ਲੋਕੀ ਜੁੜ ਵੀ ਸਕਦੇ ਆ। ਜਿਵੇਂ ਪੰਜਾਬ ਤੇ ਹਰਿਆਣਾ ਦੇ ਲੋਕ 1966 ਤੋਂ ਬਾਅਦ ਪਹਿਲੀ ਵਾਰੀ ਇੰਨੀ ਏਕਤਾ ਉਹਨਾਂ ਦੇ ਵਿੱਚ ਵੇਖਣ ਨੂੰ ਮਿਲੀ। ਹਰਦੀਪ ਸਿੰਘ ਸੋਢੀ, ਮਨਜੀਤ ਸੰਦਰ, ਇਹ ਸਾਰੇ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਆ, ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ। ਔਰ ਨਾਲ ਮੈਂ ਵੀ ਦੱਸ ਦਵਾਂ ਕਿ ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਕਿ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ 2020 ਦੇ ਵਿੱਚ ਨਿਕਲ ਕੇ ਆਈ ਆ ਉਹ ਇਹ ਹੈ ਕਿ ਜਿਹੜੀ ਪੰਜਾਬੀਆਂ ਦੀ ਸ਼ਾਨੋ ਸ਼ੌਕਤ ਜਿਹੜੀ ਅੱਜ ਤੋਂ 30-40 ਸਾਲ ਪਹਿਲਾਂ ਚਲੀ ਗਈ ਸੀ, ਉਹ ਸ਼ਾਨੋ ਸ਼ੌਕਤ ਵਾਪਸ ਆ ਗਈ ਆ। ਔਰ ਸਮੀਪ ਸਿੰਘ ਦਾ ਖਿਆਲ ਆ ਕਿ ਇੱਕ ਨਵਾਂ ਮਾਈਂਡਸੈਟ ਨਜ਼ਰ ਆਇਆ ਵਾ ਔਰ ਇਹ ਮਾਈਂਡਸੈਟ ਦਾ ਅਸਰ ਅਗਲੀਆਂ ਆਉਣ ਵਾਲੀਆਂ ਚੋਣਾਂ ਤੇ ਵੀ ਜ਼ਰੂਰ ਪਵੇਗਾ। ਜੱਸੀ ਕੁਲਾਰ ਔਰ ਹਰਭਪਿੰਦਰ ਸਿੰਘ ਤੂਰ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਦੇ ਰਹੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਕਾਲ ਸ਼ਾਇਦ ਡ੍ਰੌਪ ਹੋ ਗਈ, ਸੋ ਅਸੀਂ ਹੁਣ ਜਾਵਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਵਿੱਚ। ਬ੍ਰੇਕ ਤੋਂ ਬਾਅਦ ਅਸੀਂ ਅੱਜ ਦਾ ਮਸਲਾ ਜਿਹੜਾ ਵਾ ਵੀ ਅਸੀਂ 2020 ਤੋਂ ਕੀ ਸਿੱਖਿਆ ਜਿਹੜਾ 2021 'ਚ ਕੰਮ ਆ ਸਕਦਾ ਵਾ ਜਾਂ ਅਗਲੇ ਸਾਲਾਂ 'ਚ ਕੰਮ ਆ ਸਕਦਾ ਵਾ, ਇਹਦੇ ਤੇ ਆਪਾਂ ਜਿਹੜੀ ਡਿਸਕਸ਼ਨ ਆ, ਡਿਬੇਟ ਆ, ਇਹ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਤੁਹਾਡੇ ਬਾਕੀ ਕਮੈਂਟਸ ਫੇਸਬੁੱਕ ਤੇ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਇੱਕ ਛੋਟੀ ਜੀ ਬ੍ਰੇਕ ਵਕਫੇ ਤੋਂ ਬਾਅਦ।